ਅਸੀਂ ਇੱਥੇ ਕਿਸੇ ਵੀ ਫੈਸਿਲਿਟੀ ਵਾਸਤੇ ਕਿਸੇ ਸੁਵਿਧਾ ਵਾਸਤੇ ਨਹੀਂ ਬੈਠੇ। ਪੱਖਿਆਂ ਦੀ, ਕੂਲਰਾਂ ਦੀ ਜਾਂ ਏਸੀਆਂ ਦੀ ਜ਼ਰੂਰਤ ਨਹੀਂ ਅਸੀਂ ਸਮਝਦੇ ਕਿ ਸੰਘਰਸ਼ਾਂ ਦੇ ਵਿੱਚ ਇਹੋ ਜਿਹੀ ਜ਼ਰੂਰਤ ਹੈ। ਹਾਂ, ਗਰਮੀ ਦੇ ਵਿੱਚ ਦਿੱਕਤ ਆਉਂਦੀ ਹੈ, ਮੁਸ਼ਕਲ ਆਉਂਦੀ ਹੈ ਕਿਉਂਕਿ ਟੈਂਟ ਤਪਦੇ ਨੇ, ਇਹ ਗੱਲ ਸੱਚ ਹੈ। ਸੰਘਰਸ਼ ਤੇ ਚਣੇ ਖਾ ਕੇ ਵੀ ਹੁੰਦਾ ਹੈ, ਭੁੱਖੇ ਰਹਿ ਕੇ ਵੀ ਹੁੰਦਾ ਹੈ। ਅਸੀਂ ਇੱਥੇ ਸਰਕਾਰ ਨੂੰ ਜਗਾਉਣ ਵਾਸਤੇ, ਆਵਾਮ ਦੀ ਮਦਦ ਵਾਸਤੇ ਬੈਠੇ। ਜਦੋਂ ਕਈ ਕਿਸਾਨਾਂ ਵੱਲੋਂ ਪੱਕੇ ਘਰ ਪਾ ਲਏ ਜਾਂਦੇ ਨੇ, ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਬਿਆਨ ਹੁੰਦੇ ਆ ਕਿ ਅਸੀਂ ਸੰਘਰਸ਼ ਕਰਨਾ ਹੈ, ਅਸੀਂ ਪੱਕੇ ਜਿਹੜੇ ਘਰ ਆ ਉਹ ਨਹੀਂ ਪਾਉਣੇ। ਘਰ ਇੱਥੇ ਬਣਾਉਣਾ ਕੀ ਹੈ, ਰੋਡ ਦੇ ਉੱਤੇ ਤਾਂ ਸਾਰੇ ਜਾਂਦੇ ਹੋ, ਤੇ ਇੱਟਾਂ ਜ਼ਰੂਰ ਉਹਨਾਂ ਨੇ ਲਾ ਕੇ ਔਰ ਕੋਈ ਸੀਮੈਂਟ ਨਹੀਂ ਲਾਇਆ ਹੈ। ਕੋਈ ਵੀ ਨਹੀਂ ਥਿੰਕ ਕੁਝ ਇਸ ਤਰ੍ਹਾਂ ਦਾ ਕਰਦਾ ਹੈ, ਆਪਣਾ ਪੈਸਾ ਖਰਚ ਕਰ ਰਿਹਾ, ਘੱਟੋ ਘੱਟ ਹੋਰ ਨਹੀਂ ਤਾਂ ਆਰਥਿਕ ਤੌਰ ਤੇ ਤਾਂ ਉਹ ਸੰਗਠਨ ਕਮਜ਼ੋਰ ਹੋ ਰਿਹਾ ਨਾ, ਆਪਣਾ ਪੈਸਾ ਖਰਚ ਕਰ ਰਿਹਾ, ਕੱਲ ਨੂੰ ਉਹ ਤੋੜੇਗਾ। ਤੁਹਾਨੂੰ ਕੀ ਲੱਗਦਾ ਫਿਰ ਸਰਕਾਰ ਡਰੀ ਹੋਈ ਹੈ ਜਿਹੜੇ ਇਸ ਪੱਕੇ ਘਰਾਂ ਨੂੰ ਦੇਖ ਕੇ ਉਹ ਪਰਚੇ ਕਰ ਰਹੀ ਹੈਗੀ ਹੈ? ਸਰਕਾਰ ਕੋਲ ਤਾਕਤ ਤਾਂ ਹੈਗੀ ਹੈ ਪਰ ਨੀਅਤ ਔਰ ਨੀਤੀ ਨਹੀਂ। ਨੀਅਤ ਉਹਨਾਂ ਦੀ ਖਰਾਬ ਹੈ। ਇਹਨਾਂ ਗੱਲਾਂ ਤੋਂ ਤੇ ਅਸੀਂ ਇਹੀ ਕਹਾਂਗੇ ਵੀ ਸਰਕਾਰ ਡਰੀ ਹੋਈ ਹੈ, ਇੱਕ ਇੱਕ ਗੱਲ ਤੋਂ ਡਰ ਜਾਂਦੇ ਆ। ਮੇਰੇ ਹਿਸਾਬ ਦੇ ਨਾਲ ਕਹਿੰਦਾ ਕਿਤੇ ਕੋਈ ਟਰੈਕਟਰ ਸਟਾਰਟ ਵੀ ਹੋ ਜਾਂਦਾ ਹੋਵੇ, ਆਵਾਜ਼ ਵੀ ਸੁਣ ਲੈਂਦੇ, ਹੁਣ ਇਹ ਤੇ ਕੰਮ ਉੱਠਦੇ ਨੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੇ ਨੌਜਵਾਨਾਂ ਦੇ ਵਿੱਚ ਮਤਭੇਦ ਹੈਗੇ ਆ। ਇੱਕ ਨੌਜਵਾਨ ਸੰਗਠਨ ਬਣਾਇਆ ਇੱਕ ਸੇਵਾ ਦੇ ਤੌਰ ਤੇ, ਤਾਂ ਉਹਨੂੰ ਵੀ ਐਕਸੈਪਟ ਕਿਉਂ ਨਹੀਂ ਕੀਤਾ ਜਾ ਰਿਹਾ? ਜੇ ਕੋਈ ਮਿਸਗਾਈਡ ਹੈਗਾ ਹੈ ਕਿਸੇ ਇਸ ਗੱਲ ਦੇ ਵਿੱਚ, ਤੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਦੁਬਾਰਾ ਸੋਚ ਲੈਣਾ ਚਾਹੀਦਾ ਹੈ। ਸਾਨੂੰ ਕੀ ਪ੍ਰੋਬਲਮ ਉਹਦੇ 'ਚ? ਸਾਨੂੰ ਤਾਂ ਨਹੀਂ ਹੋਣਾ ਚਾਹੀਦਾ। ਦਰਸ਼ਕੋ, ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਤੇ ਮੈਂ ਹਰਜੀਤ ਕੌਰ। ਸਾਡੇ ਨਾਲ ਅੱਜ ਮੌਜੂਦ ਆ ਅਮਰਜੀਤ ਸਿੰਘ ਉਦੋਵਾਲੀ। ਤੁਹਾਨੂੰ ਦੱਸ ਦਈਏ ਕਿ ਹੁਣ ਕਿਸਾਨੀ ਅੰਦੋਲਨ 'ਚ ਬੜੇ ਉਤਰਾਵ ਚੜਾਵ ਆ ਰਹੇ ਨੇ। ਜਿਸ ਤਰ੍ਹਾਂ ਗਰਮੀਆਂ ਦੇ ਦਿਨ ਆ ਰਹੇ ਨੇ, ਗਰਮੀ ਹੋ ਰਹੀ ਹੈ ਜ਼ਿਆਦਾ, ਤਾਂ ਉਸੇ ਤਰ੍ਹਾਂ ਪ੍ਰਬੰਧ ਵੀ ਚੇਂਜ ਹੋ ਰਹੇ ਨੇ, ਪ੍ਰਬੰਧ ਵੀ ਵੱਖਰੇ ਵੱਖਰੇ ਤਰੀਕੇ ਨਾਲ ਕੀਤੇ ਜਾ ਰਹੇ ਨੇ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਰੋਕਾਂ ਵੀ ਲਾਈਆਂ ਜਾ ਰਹੀਆਂ ਨੇ। ਸਾਡੇ ਨਾਲ ਸੁਖਪ੍ਰੀਤ ਸਿੰਘ ਉਦੋਵਾਲੀ ਜੀ ਨੇ, ਇਸੇ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਉਹਨਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਉਦੋਵਾਲੀ ਜੀ, ਪਹਿਲਾਂ ਤਾਂ ਆਪਾਂ ਪ੍ਰਬੰਧ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਚਲਾਏ ਜਾ ਰਹੇ ਨੇ? ਜਿਸ ਤਰ੍ਹਾਂ ਹੁਣ ਗਰਮੀਆਂ ਆ ਰਹੀਆਂ ਨੇ, ਉਸ ਵਾਸਤੇ ਕੀ ਕੀ ਪ੍ਰਬੰਧ ਕੀਤੇ ਗਏ? ਦੇਖੋ, ਮੈਂ ਤੇ ਕਹਾਂਗਾ ਵੀ ਸਾਡੇ ਵੱਲੋਂ ਕੋਈ ਪ੍ਰਬੰਧ ਨਹੀਂ ਹੈ। ਜੋ ਪ੍ਰਬੰਧ ਵੀ ਆ ਉਹ ਸੰਗਤ ਵੱਲੋਂ ਨੇ, ਸੰਗਤ ਕਰ ਰਹੀ ਆ ਪ੍ਰਬੰਧ। ਸ਼ਾਇਦ ਸਾਡੇ ਇੱਥੇ ਬੈਠੇ ਹੋਣ ਦੀ ਚਿੰਤਾ ਜਿਹੜੀ ਆ ਉਹ ਸਾਡੀ ਸੰਗਤ ਨੂੰ ਬਹੁਤ ਜ਼ਿਆਦਾ ਹੈ। ਉਹ ਸੰਗਤ ਤੇ ਇੱਥੋਂ ਤੱਕ ਹੈ ਕਿ ਏਸੀ ਤੱਕ ਪ੍ਰੋਵਾਈਡ ਕਰਨ ਨੂੰ ਤਿਆਰ ਹੈ। ਅਸੀਂ ਤੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਬਈ, ਸੰਘਰਸ਼ 'ਚ ਆਏ ਹੋਏ ਆ, ਚਲੋ ਤੁਹਾਡੇ ਪੱਖੇ ਕੂਲਰ ਤੱਕ ਠੀਕ ਹੈ, ਸੀਮਤ ਆ, ਬਹੁਤ ਵਧੀਆ ਤੁਹਾਡੇ ਉਪਰਾਲੇ ਨੇ, ਪਰ ਇਹ ਜੋ ਤੁਸੀਂ ਏਸੀ ਤੱਕ ਜਾ ਪਹੁੰਚੇ ਹੋ, ਤੇ ਉਹ ਹੱਥ ਜੋੜ ਕੇ ਅਸੀਂ ਤੇ ਕਹਿੰਦੇ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ। ਸਾਨੂੰ ਸੰਘਰਸ਼ ਤੇ ਚਣੇ ਖਾ ਕੇ ਵੀ ਹੁੰਦਾ ਹੈ, ਭੁੱਖੇ ਰਹਿ ਕੇ ਵੀ ਹੁੰਦਾ ਹੈ, ਭੁੱਖ ਹੜਤਾਲਾਂ 'ਚ ਵੀ ਸੰਘਰਸ਼ ਹੈ। ਜੰਗਲਾਂ 'ਚ ਰਾਤਾਂ ਕੱਟਦੇ ਰਹੇ, ਅਸੀਂ ਉਸ ਕੌਮ ਦੇ ਵਾਰਿਸ ਹਾਂ। ਤੇ ਪੱਖਿਆਂ ਦੀ, ਕੂਲਰਾਂ ਦੀ ਜਾਂ ਏਸੀਆਂ ਦੀ ਜ਼ਰੂਰਤ ਨਹੀਂ ਅਸੀਂ ਸਮਝਦੇ ਕਿ ਸੰਘਰਸ਼ਾਂ ਦੇ ਵਿੱਚ ਇਹੋ ਜਿਹੀ ਜ਼ਰੂਰਤ ਹੈ। ਹਾਂ, ਗਰਮੀ ਦੇ ਵਿੱਚ ਦਿੱਕਤ ਆਉਂਦੀ ਹੈ, ਮੁਸ਼ਕਲ ਆਉਂਦੀ ਹੈ ਕਿਉਂਕਿ ਟੈਂਟ ਤਪਦੇ ਨੇ, ਇਹ ਗੱਲ ਸੱਚ ਹੈ। ਪਰ ਅਸੀਂ ਇੱਥੇ ਕਿਸੇ ਵੀ ਫੈਸਿਲਿਟੀ ਵਾਸਤੇ ਕਿਸੇ ਸੁਵਿਧਾ ਵਾਸਤੇ ਨਹੀਂ ਬੈਠੇ। ਅਸੀਂ ਇੱਥੇ ਸਰਕਾਰ ਨੂੰ ਜਗਾਉਣ ਵਾਸਤੇ, ਆਵਾਮ ਦੀ ਮਦਦ ਵਾਸਤੇ ਬੈਠੇ ਔਰ ਆਵਾਮ ਸਾਡੀ ਮਦਦ ਕਰ ਰਿਹਾ। ਪ੍ਰਬੰਧ ਸਾਰੇ ਆਵਾਮ ਦੇ ਨੇ, ਸਾਡੇ ਨੇ। ਤੁਸੀਂ ਕਿਹਾ ਕਿ ਗਰਮੀ ਜ਼ਿਆਦਾ ਹੋ ਰਹੀ ਹੈ, ਟੈਂਟ ਤਪ ਰਹੇ ਨੇ, ਤਾਂ ਜਦੋਂ ਕਈ ਕਿਸਾਨਾਂ ਵੱਲੋਂ ਪੱਕੇ ਘਰ ਪਾ ਲਏ ਜਾਂਦੇ ਨੇ ਤਾਂ ਜੋ ਉਹਦੇ ਵਿੱਚ ਅਸੀਂ ਵਧੀਆ ਆਪਣੇ ਪ੍ਰਬੰਧ ਕਰ ਲਈਏ ਰਿਹਾਇਸ਼ ਦਾ, ਤੇ ਰੋਕ ਲਾ ਦਿੱਤੀ ਜਾਂਦੀ। ਪੁਲਿਸ ਪ੍ਰਸ਼ਾਸਨ ਵੱਲੋਂ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਬਿਆਨ ਹੁੰਦੇ ਆ ਕਿ ਅਸੀਂ ਸੰਘਰਸ਼ ਕਰਨਾ ਹੈ, ਅਸੀਂ ਪੱਕੇ ਜਿਹੜੇ ਘਰ ਆ ਉਹ ਨਹੀਂ ਪਾਉਣੇ। ਦੇਖੋ, ਜਿਹੜਾ ਜਨਰਲ ਹੈ ਉਹ ਕਰਨਾ ਚਾਹੀਦਾ ਹੈ। ਅਸੀਂ ਹਮੇਸ਼ਾ ਹੀ ਸੰਗਤ ਨੂੰ, ਆਪਣੇ ਸੰਘਰਸ਼ੀ ਸਾਥੀਆਂ ਨੂੰ, ਇਹ ਯੋਧਿਆਂ ਨੂੰ ਕਹਿੰਦੇ ਆ ਕਿ ਤੁਹਾਡੇ ਦਿਲ 'ਚ ਵਲਵਲੇ ਨੇ, ਜੋਸ਼ ਹੈ, ਆਕਰੋਸ਼ ਹੈ, ਗੁੱਸਾ ਹੈ, ਤੇ ਉਸ ਗੁੱਸੇ ਨੂੰ ਜ਼ਾਹਿਰ ਅਸੀਂ ਕਰਨ ਦੇ ਤਰੀਕੇ ਵੱਖਰੇ ਵੱਖਰੇ ਅਪਣਾ ਲਏ ਨੇ। ਉਹ ਘਰ ਇੱਥੇ ਬਣਾਉਣਾ ਕੀ ਹੈ, ਰੋਡ ਦੇ ਉੱਤੇ ਤੇ ਸਾਰੇ ਜਾਂਦੇ ਹੋ, ਤੇ ਇੱਟਾਂ ਜ਼ਰੂਰ ਉਹਨਾਂ ਨੇ ਲਾ ਕੇ ਔਰ ਕੋਈ ਸੀਮੈਂਟ ਨਹੀਂ ਲਾਇਆ ਹੈ। ਉਹ ਜਿੱਦਾਂ ਪਹਿਲੇ ਪੁਰਾਣੇ ਘਰਾਂ 'ਚ ਹੁੰਦਾ ਸੀ, ਉਹ ਮਿੱਟੀ ਘੋਲ ਕੇ, ਗਾਰਾ ਜਿਹਨੂੰ ਕਹਿ ਦਿੰਦੇ ਆਪਾਂ, ਉਹਦੇ ਨਾਲ ਉਹ ਕੱਢੀਆਂ ਉਹਨਾਂ ਵੱਲੋਂ ਹੀ ਘਰ ਤਿਆਰ ਕਰਵਾਇਆ ਜਾ ਰਿਹਾ ਸੀ। ਕਿ ਉਹ ਵੀ ਸੰਯੁਕਤ ਕਿਸਾਨ ਮੋਰਚੇ 'ਚ ਹੀ ਆਉਂਦੇ ਨੇ? ਬਿਲਕੁਲ ਸਾਰੇ ਜੀ, ਇਹ ਨਹੀਂ ਕੋਈ ਜਥੇਬੰਦੀ ਦਾ ਅਸੂਲ ਨਹੀਂ ਹੈ ਵੀ ਇਹ ਜਥੇਬੰਦੀ ਹੀ ਉਹਦੇ ਵਿੱਚ ਆ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜਿਹੜਾ ਇੱਥੇ ਇੱਕ ਇੱਕ ਬੰਦਾ, ਚਾਹੇ ਉਹ ਕਿਸੇ ਜਥੇਬੰਦੀ 'ਚ ਹੈ ਚਾਹੇ ਨਹੀਂ ਹੈ, ਇੰਡੀਵਿਜੂਅਲ ਤੌਰ ਤੇ ਆ ਕੇ ਵੀ ਲੋਕ ਬੈਠੇ ਹੋਏ ਨੇ, ਉਹ ਵੀ ਇਸ ਸੰਯੁਕਤ ਮੋਰਚੇ ਦਾ ਹਿੱਸਾ ਨੇ, ਉਹਨਾਂ ਹੀ ਜਿੰਨੇ ਅਸੀਂ ਹਾਂ। ਸਾਡੇ ਨਾਲੋਂ ਵੱਧ ਨੇ ਸਗੋਂ, ਜਿਹੜੇ ਆਪਣਾ ਪਰਿਵਾਰ ਸਾਰਾ ਕੁਝ ਛੱਡ ਕੇ ਅਸੀਂ ਤੇ ਕਿਸੇ ਜਥੇਬੰਦੀ ਦੇ ਤੌਰ ਦੇ ਉੱਤੇ ਕਿਸੇ ਸੰਸਥਾ ਦੇ ਵਿੱਚ ਕੰਮ ਕਰ ਰਹੇ। ਇੱਕ ਉਹ ਲੋਕ ਨੇ ਜੋ ਆਜ਼ਾਦ ਆ ਕੇ ਬੈਠੇ ਹੋਏ ਨੇ। ਮੈਂ ਕਹਿੰਦਾ ਉਹਨਾਂ ਦਾ ਰੋਲ ਸਾਡੇ ਨਾਲੋਂ ਕਿਤੇ ਜ਼ਿਆਦਾ। ਅਸੀਂ ਉਹਨਾਂ ਦੇ ਕਰਜ਼ਦਾਰ ਹਾਂ ਕਿ ਉਹ ਬਿਨਾਂ ਜਿਹੜਾ ਸਾਡੇ ਕਿਸੇ ਸੰਗਠਨ ਦੇ ਉੱਤੋਂ, ਬਿਨਾਂ ਕਿਸੇ ਬੁਲਾਵੇ ਤੋਂ, ਮਤਲਬ ਪ੍ਰੈਸ਼ਰ ਤੋਂ, ਅਸੀਂ ਤਾਂ ਪ੍ਰੈਸ਼ਰਾਈਜ਼ ਵੀ ਹੋ ਸਕਦੇ ਹਾਂ ਨਾ ਸੰਗਠਨਾਂ ਦੇ ਵਿੱਚ, ਸਾਨੂੰ ਤਾਂ ਡਰ ਵੀ ਹੋ ਸਕਦਾ ਆਪਣੇ ਸੰਗਠਨਾਂ ਦਾ। ਉਹ ਲੋਕ ਵੀ ਦੇਖੋ ਜਿਹੜੇ, ਉਹਨਾਂ ਦਾ ਕਿੱਡਾ ਵੱਡੀ ਕੁਰਬਾਨੀ ਹੈ।
ਜੋ ਆਪਣਾ ਘਰ ਪਰਿਵਾਰ ਛੱਡ ਕੇ ਬੈਠੇ ਹੋਏ ਨੇ, ਜਿਨ੍ਹਾਂ ਨੂੰ ਕੋਈ ਇਹ ਲਾਲਸਾ ਨਹੀਂ ਹੈ ਕਿ ਅਸੀਂ ਕਿਸੇ ਸੰਗਠਨ ਦੇ ਵਿੱਚ ਪ੍ਰਧਾਨ ਬਣਨਾ ਹੈ, ਅਸੀਂ ਜ਼ੋਨ ਪ੍ਰਧਾਨ ਬਣਨਾ ਹੈ, ਸਰਕਲ ਪ੍ਰਧਾਨ ਬਣਨਾ ਹੈ, ਜ਼ਿਲ੍ਹਾ ਪ੍ਰਧਾਨ ਬਣਨਾ ਜਾਂ ਅੱਗੇ ਤਰੱਕੀ ਕਰਨੀ, ਉਹਨਾਂ ਨੂੰ ਕੋਈ ਲਾਲਸਾ ਨਹੀਂ ਹੈ। ਸਾਡੇ ਮਨਾਂ 'ਚ ਹੋ ਸਕਦੀ ਹੈ ਪਰ ਉਹਨਾਂ ਦੇ ਮਨਾਂ 'ਚ ਕੁਝ ਨਹੀਂ ਆ, ਉਹ ਨਿਸਕਾਮ ਨੇ ਤੇ ਅਸੀਂ ਤਾਂ ਉਹਨਾਂ ਨੂੰ ਸਜਦਾ ਕਰਦੇ ਹਾਂ। ਉਹ ਲੋਕ ਵੀ ਇੱਥੇ ਬੈਠੇ ਹੋਏ ਨੇ, ਉਹ ਵੀ ਮੋਰਚੇ ਦਾ ਹਿੱਸਾ ਆ। ਇੱਕ ਇੱਕ ਬੰਦਾ ਜੋ ਇੱਥੇ ਬੈਠਾ ਹੋਇਆ ਹੈ, ਜੋ ਸਾਫ਼ ਨੀਅਤ ਨਾਲ ਬੈਠਾ ਹੋਇਆ ਹੈ, ਉਹ ਇਸ ਮੋਰਚੇ ਦਾ ਹਿੱਸਾ ਵਾ ਔਰ ਉਹ ਸਾਡੇ ਉਹਦਾ ਇੱਕ ਇੱਕ ਕਦਮ ਸਿਰ ਮੱਥੇ ਤੇ। ਤੁਹਾਨੂੰ ਕੀ ਲੱਗਦਾ ਫਿਰ ਸਰਕਾਰ ਡਰੀ ਹੋਈ ਹੈ ਜਿਹੜੇ ਇਸ ਪੱਕੇ ਘਰਾਂ ਨੂੰ ਦੇਖ ਕੇ ਉਹ ਪਰਚੇ ਕਰ ਰਹੀ ਹੈਗੀ ਆ? ਨਹੀਂ, ਸਰਕਾਰ ਤਾਂ ਵੇਖੋ ਗੱਲ ਭੈਣ ਜੀ ਇੰਨੀ ਹੈ ਕਿ ਪਹਿਲਾਂ ਸਭ ਤੋਂ ਹੁੰਦੀ ਹੈ ਕੰਮ ਕਰਨ ਲਈ ਨੀਅਤ, ਮੇਰਾ ਮੰਨਣਾ ਹੈ, ਉਹਦੇ ਬਾਅਦ ਨੀਤੀ, ਉਹਦੇ ਬਾਅਦ ਤਾਕਤ। ਸਰਕਾਰ ਕੋਲ ਤਾਕਤ ਤਾਂ ਹੈਗੀ ਹੈ ਪਰ ਨੀਅਤ ਔਰ ਨੀਤੀ ਨਹੀਂ। ਨੀਅਤ ਉਹਨਾਂ ਦੀ ਖਰਾਬ ਹੈ। ਉਹ ਖਰਾਬ ਨੀਅਤ ਦੱਸਦੀ ਹੈ ਕਿ ਅਗਰ ਸਾਡੇ ਵੱਲੋਂ ਇੱਕ ਆਵਾਜ਼ ਕੋਈ ਸੰਗਠਨ ਵੀ ਕਰਦਾ, ਚਾਹੇ ਉਹ ਮਨਜੀਤ ਰਾਏ ਜੀ ਦਾ ਕਰ ਰਿਹਾ, ਚਾਹੇ ਮੇਰਾ ਕਰ ਰਿਹਾ, ਜਾਂ ਭੰਗੂ ਸਾਹਿਬ ਦਾ ਕਰ ਰਿਹਾ, ਰਾਜੇਵਾਲ ਜੀ ਦਾ ਕਰ ਰਿਹਾ, ਜਾਂ ਕਿਸੇ ਦਾ ਵੀ, ਕੋਈ ਵੀ ਐਨੀਥਿੰਗ ਕੁਝ ਇਸ ਤਰ੍ਹਾਂ ਦਾ ਕਰਦਾ ਹੈ, ਉਹ ਇੱਕ ਆਵਾਜ਼ ਦਿੰਦਾ ਹੈ, ਠੀਕ ਹੈ, ਆਪਣਾ ਪੈਸਾ ਖਰਚ ਕਰ ਰਿਹਾ, ਘੱਟੋ ਘੱਟ ਹੋਰ ਨਹੀਂ ਤਾਂ ਆਰਥਿਕ ਤੌਰ ਤੇ ਤਾਂ ਉਹ ਸੰਗਠਨ ਕਮਜ਼ੋਰ ਹੋ ਰਿਹਾ ਨਾ, ਆਪਣਾ ਪੈਸਾ ਖਰਚ ਕਰ ਰਿਹਾ, ਕੱਲ੍ਹ ਨੂੰ ਉਹ ਤੋੜੇਗਾ ਇਸ ਚੀਜ਼ ਨੂੰ, ਰਹਿਣੀ ਤਾਂ ਹੈ ਨਹੀਂ, ਸਾਨੂੰ ਵੀ ਪਤਾ ਹੈ, ਅਸੀਂ ਆਰਜੀ ਬੈਠੇ ਹੋਏ ਹਾਂ। ਔਰ ਇਹ ਸਿਰਫ ਇੱਕ ਆਵਾਜ਼ ਦੇਣ ਦਾ ਵੱਖਰਾ ਵੱਖਰਾ ਹਰ ਸੰਗਠਨ ਨੇ ਤਰੀਕਾ ਅਪਣਾਇਆ ਹੋਇਆ ਹੈ। ਸਰਕਾਰ ਦਾ ਆਪਣੀ ਨੀਅਤ ਦੱਸਦੀ ਆ ਬਦਨੀਤੀ, ਸਰਕਾਰ ਆਪਣੀ ਬਦਨੀਤੀ ਦੱਸਦੀ ਆ। ਅਗਰ ਉੱਥੇ ਕਿਹੜਾ ਲੈਂਟਰ ਪੈ ਗਿਆ ਹੈ ਜਿਹੜਾ ਟੱਠੇਗਾ ਨਹੀਂ, ਉਹ ਤਾਂ ਸਿਰਫ ਕੰਧਾਂ ਜਿਹੜੀਆਂ ਨੇ ਇੱਟਾਂ ਦੀਆਂ ਜ਼ਰੂਰ ਕੱਢ ਦਿੱਤੀਆਂ, ਪੈਣੀ ਤੇ ਫੇਰ ਟੀਲੀ ਸੀ ਉੱਤੇ, ਠੀਕ ਹੈ ਨਾ, ਉੱਤੇ ਦਾ ਲੈਂਟਰ ਨਹੀਂ ਬਣ ਰਿਹਾ ਸੀ। ਹੁਣ ਇਹ ਸਾਡੇ ਲਾਈਫ ਕੇਅਰ ਵਾਲੇ ਹਸਪੀਟਲ ਬਣਾਇਆ ਹੈ, ਉਹਨਾਂ ਨੇ ਹੇਠਾਂ ਟਾਇਲਾਂ ਲਾਤੀਆਂ, ਠੀਕ ਹੈ, ਉਹ ਹੁਣ ਉਹ ਟਾਇਲਾਂ ਨਾ ਤਾਂ ਉਹਨਾਂ ਪੁੱਟ ਕੇ ਲੈ ਜਾਣੀਆਂ ਨੇ, ਇੱਥੇ ਹੀ ਰਹਿਣੀਆਂ ਨੇ ਰੋਡ ਦੇ ਉੱਤੇ। ਉਹ ਸਰਕਾਰ ਦਾ ਕੰਮ ਹੈ ਤੋੜਦੇ ਰਹਿਣ ਦੇ, ਕੱਲ੍ਹ ਨੂੰ ਉਹਨਾਂ ਨੇ ਆਪਣਾ ਖਰਚ ਕੀਤਾ ਕੀ ਹੈ, ਸਿਰਫ ਇੱਕ ਸਫਾਈ ਵਾਸਤੇ, ਠੀਕ ਹੈ ਜੀ। ਹੁਣ ਜੇਕਰ ਉਹ ਕੰਧਾਂ ਕੱਢ ਕੇ ਤੇ ਉੱਤੇ ਟੀਨ ਪਾਈ ਜਾ ਰਹੀ ਆ ਤਾਂ ਉਹ ਇੱਕ ਮੱਖੀ ਮੱਛਰ ਬਿਮਾਰੀ ਤੋਂ ਬਚਣ ਵਾਸਤੇ ਕੀਤਾ ਗਿਆ ਵਾ, ਨਾ ਕਿ ਇੱਥੇ ਕੋਈ ਪੱਕਾ ਘਰ ਬਣਾ ਕੇ ਕਿਸੇ ਨੇ ਰਹਿਣਾ ਹੈ। ਇਹ ਤਾਂ ਸਰਕਾਰ ਨੂੰ ਸਮਝਣਾ ਚਾਹੀਦਾ। ਸਾਡੀ ਨੀਤ 'ਚ ਕੋਈ ਦੋਗਲਾਪਨ ਨਹੀਂ ਹੈ, ਕੋਈ ਖਰਾਬੀ ਨਹੀਂ ਆ, ਸਾਡੇ ਕਿਸੇ ਸੰਗਠਨ ਦੀ ਨੀਤ 'ਚ ਕੋਈ ਖਰਾਬੀ ਨਹੀਂ ਹੈ। ਸਰਕਾਰ ਦੀ ਨੀਤ 'ਚ ਸ਼ੁਰੂ ਤੋਂ ਖਰਾਬੀ ਰਹੀ ਆ ਔਰ ਉਹ ਆਪਣੀ ਬਦਨੀਤੀ ਦੱਸਦੀ ਆ, ਆਪਣਾ ਹੋਸ਼ਾਪਣ ਦਿਖਾਉਂਦੀ ਆ। ਸਰਕਾਰ ਜਿਹੜੀ ਆ ਉਹਦੇ ਤੋਂ, ਇਹਨਾਂ ਗੱਲਾਂ ਤੋਂ ਤੇ ਅਸੀਂ ਇਹੀ ਕਹਾਂਗੇ ਵੀ ਸਰਕਾਰ ਡਰੀ ਹੋਈ ਹੈ, ਇੱਕ ਇੱਕ ਗੱਲ ਤੋਂ ਡਰ ਜਾਂਦੇ ਆ। ਮੈਂ ਤਾਂ ਇੱਥੇ ਤੁਹਾਨੂੰ ਐਕਸਪਲੇਨ ਕਰ ਦਿਆਂ, ਮੇਰਾ ਇੱਕ ਦੋਸਤ ਹੈ ਦਿੱਲੀ 'ਚ ਰਹਿੰਦਾ, ਕਿਸਾਨੀ ਹੈ, ਜਾਟ ਹੈ, ਕਿਸਾਨੀ ਨਾਲ ਸੰਬੰਧਿਤ ਹੈ, ਖੇਤੀ ਵੀ ਹੈ ਥੋੜ੍ਹੀ ਬਹੁਤ, ਇੱਧਰ NCR ਦੇ ਵਿੱਚ ਕਰਦਾ। ਉਹ ਕਹਿੰਦਾ ਮੈਂ ਟਰੈਕਟਰ ਲੈ ਕੇ ਚਲੇ ਗਿਆ ਦਿੱਲੀ ਦੇ ਵਿੱਚ, ਤੇ ਪੂਰਾ ਦਿੱਲੀ ਦੀ ਪੁਲਿਸ ਜਿੰਨੀ ਸੀ ਦਿਵਾਲੇ ਹੋ ਗਈ, ਕਿਸਾਨ ਆ ਗਏ। ਕਹਿੰਦਾ ਮੈਂ ਤਾਂ ਇੱਕਦਮ ਟਰੈਕਟਰ ਉੱਥੇ ਖੜਾਉਣਾ ਹੀ ਸੀਗਾ ਵੀ ਜਦੋਂ ਮੇਰੇ ਦਿਵਾਲੇ ਇਸ ਤਰ੍ਹਾਂ ਹੋ ਗਏ। ਕਹਿੰਦਾ ਮੈਨੂੰ ਹੈਰਾਨੀ ਹੋ ਗਈ ਇਸ ਗੱਲ ਦੀ ਵੀ ਯਾਰ ਇੰਨਾ ਡਰ ਕਿ ਇੱਕ ਟਰੈਕਟਰ ਆ ਗਿਆ ਹੈ, ਉਹ ਸਾਡਾ ਵਹੀਕਲ ਹੈ ਨਾ, ਖੇਤੀ ਦਾ ਔਜ਼ਾਰ ਹੈ, ਅਗਰ ਕਿਸੇ ਕੋਲ ਕੋਈ ਸਮਾਨ ਲੈਣ ਜਾਣਾ ਹੈ ਤਾਂ ਉਹ ਟਰੈਕਟਰ ਤੇ ਕੈਰੀ ਕਰ ਸਕਦਾ। ਅਗਰ ਟਰੈਕਟਰ ਦਿੱਲੀ ਦੇ ਅੰਦਰ ਦਾਖਲ ਹੋ ਜਾਂਦਾ ਆਪਣਾ ਸਮਾਨ ਲੈਣ ਵਾਸਤੇ ਤਾਂ ਪੂਰਾ ਪ੍ਰਸ਼ਾਸਨ ਇੱਦਾਂ ਤਾਂ ਉਹ ਕਹਿੰਦਾ ਤੁਹਾਡੀ ਤਾਂ ਇੰਨੀ ਕੁ ਦਹਿਸ਼ਤ ਹੈ ਕਿ ਮੇਰੇ ਹਿਸਾਬ ਦੇ ਨਾਲ ਕਹਿੰਦਾ ਕਿਤੇ ਕੋਈ ਟਰੈਕਟਰ ਸਟਾਰਟ ਵੀ ਹੋ ਜਾਂਦਾ ਹੋਵੇ, ਆਵਾਜ਼ ਵੀ ਸੁਣ ਲੈਂਦੇ, ਹੁਣ ਇਹ ਤੇ ਕੰਮ ਉੱਠਦੇ ਨੇ। ਤੇ ਮੈਂ ਇਹ ਗੱਲ ਕਹਿਣਾ ਵੀ ਐਡਾ ਹਊਆ ਕਿ ਉਹ ਟਰੈਕਟਰ ਹੈ, ਕੋਈ ਵਿਫੋਰਸ ਤੋਪ ਨਹੀਂ ਹੈ, ਕੋਈ ਪਰਮਾਣੂ ਬੰਬ ਨਹੀਂ ਹੈ ਜਿਹੜਾ ਡਿੱਗ ਜਾਣਾ। ਭਾਈ ਤੁਸੀਂ ਲੋਕਾਂ ਨੂੰ ਨਾ ਪਰੇਸ਼ਾਨ ਕਰੋ। ਜੇ ਕੋਈ ਟਰੈਕਟਰ ਚਲਿਆ ਜਾਂਦਾ ਹੈ ਤਾਂ ਉਹ ਕਿਸਾਨਾਂ ਦਾ ਇੱਕ ਵਹੀਕਲ ਹੈ, ਉਹਦੇ ਨਾਲ ਖੇਤੀ ਕੀਤੀ ਜਾਂਦੀ ਹੈ, ਉਹ ਕੋਈ ਮਾਰੂ ਹਥਿਆਰ ਨਹੀਂ ਹੈ ਵੀ ਤੁਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਕਰੋ। ਜਿਹੜੀ ਤੁਸੀਂ ਗੱਲ ਕਰਦੇ ਹੋ ਸਰਕਾਰ ਡਰੀ ਦੀ, ਉਹ ਇੱਥੋਂ ਪਤਾ ਲੱਗਦਾ ਵੀ ਸਰਕਾਰ ਕਿੰਨੀ ਕੁ ਡਰੀ ਹੋਈ ਆ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਗੰਨਾ ਆਉਂਦਾ ਤਾਂ ਇੱਕ ਗੰਨੇ ਵਾਲੀ ਟਰਾਲੀ ਵੀ ਰੋਕ ਦਿੱਤੀ ਜਾਂਦੀ ਹੈ। ਇਹ ਗੱਲ ਕਹੀ ਜਾਂਦੀ ਹੈ ਕਿ ਜਾਂ ਤਾਂ ਇਹ ਠਾਣੇ ਜਾਏਗਾ ਤੁਹਾਡਾ ਟਰੈਕਟਰ ਤੇ ਜਾਂ ਫਿਰ ਇਹ ਤੇ ਮਤਲਬ ਕਿ ਪਰਚਾ ਹੋਵੇਗਾ। ਤੁਹਾਨੂੰ ਕੀ ਲੱਗਦਾ ਕਿ ਉਹ ਵੀ ਇੱਕ ਟਰੈਕਟਰ ਜਿਹੜਾ ਕਿ ਸੇਵਾ ਕੀਤੀ ਜਾ ਰਹੀ ਹੈ, ਗੰਨਾ ਆ ਰਿਹਾ, ਰਸ ਪਿਆਇਆ ਜਾ ਰਿਹਾ, ਤਾਂ ਉਹ ਵੀ ਇਹਨਾਂ ਨੂੰ ਦਿੱਕਤ ਹੈ? ਦੇਖੋ ਹਰ ਇੱਕ ਦੀ ਭਾਵਨਾ ਹੈ, ਸਿੱਖ ਕੌਮ ਦੀ ਇੱਕ ਬੜਾ ਵਡੱਪਣ ਹੈ ਕਿ ਅਸੀਂ ਤਾਂ ਕਹਿੰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ 20 ਰੁਪਏ ਦਾ ਲੰਗਰ ਲਾਇਆ ਉਹ ਚੱਲ ਰਿਹਾ। ਸਾਡੇ ਕੋਲ ਤਾਂ 20 ਨਹੀਂ ਮੁੱਕ ਰਹੇ ਤੇ ਅਸੀਂ, ਮੈਂ ਤਾਂ ਹੱਸਦੇ ਆ ਕਈ ਵਾਰ ਬੋਲਿਆ ਮੰਚਾਂ ਦੇ ਉੱਤੋਂ ਵੀ ਜੇ ਕਿਤੇ 50-100 ਦਾ ਲਾ ਦਿੰਦੇ ਤਾਂ ਕਿਸੇ ਦੇ ਘਰ ਰੋਟੀ ਨਹੀਂ ਸੀ ਪੱਕਣੀ। ਇਹ ਤਾਂ 20 ਰੁਪਏ ਦਾ ਲੰਗਰ ਹੈ ਨਾ। ਜੇ ਕਿਤੇ ਗੁਰੂ ਨਾਨਕ 50 ਦਾ ਜਾਂ 100 ਦਾ ਲੰਗਰ ਲਾ ਜਾਂਦੇ ਤੇ ਕਿਸੇ ਦੇ ਘਰ ਰੋਟੀ ਨਹੀਂ ਸੀ ਪੱਕਣੀ। ਜੋ ਹਾਲਾਤ ਸੀ, ਇਹ ਤਾਂ ਸੇਵਾ ਹੈ, ਲੋਕ ਸੇਵਾ ਕਰਦੇ ਆ। ਉਹ ਤਾਂ ਜਿਗਰਾ ਕਿੱਡਾ ਹੈ ਉਸ ਜ਼ਿਮੀਂਦਾਰ ਦਾ ਜਿਹਨੇ ਟਰਾਲੀ ਭਰ ਕੇ ਗੰਨਿਆਂ ਦੀ ਇੱਥੇ ਭੇਜੀ ਆ ਸੇਵਾ ਵਾਸਤੇ। ਉਹ ਸੇਵਾ ਹੀ ਆ ਨਾ, ਕੋਈ ਪੈਸਾ ਤਾਂ ਨਹੀਂ ਲਿਆ ਉਹਨੇ। ਇਹ ਗੱਲ ਸਰਕਾਰ ਨੂੰ ਸੋਚਣੀ ਚਾਹੀਦੀ ਹੈ। ਉੱਥੇ ਉਹ ਗੰਨੇ ਦਾ ਰਸ ਸਿਰਫ ਕਿਸਾਨ ਨਹੀਂ ਪੀ ਰਹੇ, ਲੋਕਲ ਆਵਾਮ ਵੀ ਪੀ ਰਿਹਾ ਹੈ, ਠੀਕ ਹੈ।
ਲੋਕਲ ਪੀ ਰਹੇ ਨੇ ਤੇ ਉਹ ਤੇ ਇੱਕ ਸੇਵਾ ਭਾਵਨਾ ਦੇ ਨਾਲ ਆਪਣੇ ਮਨਸਾ ਸੇਵਾ ਦੇ ਨਾਲ ਕਰਦੇ ਨੇ। ਸਰਕਾਰ ਤੇ ਜਿਹੜੇ ਪਰਚੇ ਕਰਨ ਦੀ ਗੱਲ ਕਰਦੀ ਹੈ ਕਿ ਟਰਾਲੀ ਥਾਣੇ ਜਾਊਗੀ, ਟਰੈਕਟਰ ਥਾਣੇ ਜਾਊਗਾ, ਜੇ ਉੱਥੇ ਲਿਜਾਣਾ ਤਾਂ ਪਰਚਾ ਹੋਊਗਾ, ਉਹ ਸਿਰਫ ਇੱਕ ਡਰ ਪਾਉਣ ਦੇ ਮਾਰੇ ਆ ਕਿ ਇੱਕ ਟਰਾਲੀ ਆਈ ਅੱਜ ਕੱਲ੍ਹ ਨੂੰ ਇਹਨਾਂ ਦਾ ਕੋਈ ਪਤਾ ਨਹੀਂ ਆ ਵੀ ਜਿੰਨਾ ਗੰਨਾ ਹੈ ਸਾਰਾ ਇੱਥੇ ਹੀ ਲਿਆਉਣ, ਇਹ ਡਰ ਹੈ ਸਰਕਾਰ ਨੂੰ। ਕਿਉਂ ਜੀ ਇਹ ਵੀ ਲੱਗ ਰਿਹਾ ਹੈਗਾ ਕਿ ਅਜੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੇ ਨੌਜਵਾਨਾਂ ਦੇ ਵਿੱਚ ਮਤਭੇਦ ਹੈਗੇ ਆ। ਜਿੱਥੇ ਤੁਸੀਂ ਦੇਖੋ ਕਿ ਰਮਨ ਜਿਹੜੇ ਹੈਗੇ ਨੇ ਇੱਕ ਨੌਜਵਾਨ ਸੰਗਠਨ ਬਣਾਇਆ ਇੱਕ ਸੇਵਾ ਦੇ ਤੌਰ ਤੇ, ਤਾਂ ਜੀ ਅਸੀਂ ਸੰਯੁਕਤ ਕਿਸਾਨ ਮੋਰਚੇ ਦਾ ਸਹਿਯੋਗ ਦੇ ਸਕੀਏ ਵਲੰਟੀਅਰ ਦੇ ਤੌਰ ਤੇ, ਤਾਂ ਉਹਨੂੰ ਵੀ ਐਕਸੈਪਟ ਕਿਉਂ ਨਹੀਂ ਕੀਤਾ ਜਾ ਰਿਹਾ? ਦੇਖੋ ਨਹੀਂ, ਇਸ ਤਰ੍ਹਾਂ ਦਾ ਨਹੀਂ ਹੈ। ਮੈਂ ਤੁਹਾਨੂੰ ਪਹਿਲਾਂ ਹੀ ਬੋਲਦਿਆਂ ਐਕਸਪਲੇਨ ਕੀਤਾ ਹੈ ਕਿ ਇੱਕ ਇੰਡੀਵਿਜੂਅਲ ਆਦਮੀ ਉਹ ਵੀ ਸਾਡੇ ਸਿਰ ਮੱਥੇ ਤੇ, ਉਹਦਾ ਵੀ ਕਦਮ ਸਾਡੇ ਸਿਰ ਮੱਥੇ ਤੇ ਹੈ। ਠੀਕ ਹੈ ਜੀ, ਹਰ ਕੋਈ ਸੋਚ ਰਿਹਾ ਹੈ ਕਿ ਇਹ ਲੜਾਈ ਕਿਸੇ ਸੰਗਠਨ ਦੀ ਨਹੀਂ ਹੈ, ਕਿਸੇ ਕਿਸਾਨ ਦੀ ਨਹੀਂ ਹੈ, ਆਵਾਮ ਦੀ ਹੈ ਤੇ ਆਵਾਮ ਲੜਾਈ ਲੜਨ ਆ ਰਿਹਾ। ਉਹ ਚਾਹੇ ਸੰਗਠਨ ਬਣਾ ਕੇ ਆ ਜਾਣ, ਉਹ ਚਾਹੇ ਇਕੱਲੇ ਆ ਜਾਣ, ਮੋਸਟ ਵੈਲਕਮ, ਜਿੱਦਾਂ ਮਰਜ਼ੀ। ਉਹਨੂੰ ਸਾਡੇ ਤਾਂ ਸਿਰ ਮੱਥੇ ਤੇ ਆ ਜੀ, ਸਾਨੂੰ ਤਾਂ ਕੋਈ ਆਬਜੈਕਸ਼ਨ ਨਹੀਂ ਉਹਦੇ ਵਿੱਚ, ਤਾਂ ਨਾ ਹੋਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ। ਜੇ ਕੋਈ ਕਰਦਾ ਹੈ ਤੇ ਜੇ ਕੋਈ ਮਿਸਗਾਈਡ ਹੈਗਾ ਹੈ ਕਿਸੇ ਇਸ ਗੱਲ ਦੇ ਵਿੱਚ, ਤੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਦੁਬਾਰਾ ਸੋਚ ਲੈਣਾ ਚਾਹੀਦਾ ਹੈ ਕਿ ਜੇ ਕੋਈ ਵੀ ਆਇਆ ਹੈ, ਕੋਈ ਅੰਦੋਲਨ ਦਾ ਹਿੱਸਾ ਬਣਿਆ ਹੋਇਆ ਹੈ, ਅੰਦੋਲਨ ਦੇ ਵਿੱਚ ਆ ਕੇ ਆਪਣਾ ਯੋਗਦਾਨ ਪਾ ਰਿਹਾ, ਚਾਹੇ ਉਹ ਸੰਗਠਨ ਦੇ ਵਿੱਚ ਆ ਕੇ ਪਾ ਦੇ ਜਾਂ ਇੰਡੀਵਿਜੂਅਲ ਪਾ ਦੇ ਜਾਂ ਆਪਣਾ ਸੰਗਠਨ ਬਣਾ ਕੇ ਆ ਜੇ, ਸਾਨੂੰ ਕੀ ਪ੍ਰੋਬਲਮ ਉਹਦੇ 'ਚ? ਸਾਨੂੰ ਤਾਂ ਨਹੀਂ ਹੋਣਾ ਚਾਹੀਦਾ ਕੁਛ। ਕਈ ਆਗੂ ਇਦਾਂ ਦੇ ਨੇ ਜਿਹੜੇ ਕਿ ਉਹਨਾਂ ਨੂੰ ਸਿੱਧੇ ਤੌਰ ਤੇ ਕਹਿੰਦਾ ਸਾਨੂੰ ਤਾਂ ਵਲੰਟੀਅਰ ਦੀ ਲੋੜ ਨਹੀਂ, ਸਾਡੇ ਤਾਂ ਆਪਣੇ ਹੀ ਬਹੁਤ ਨੇ। ਨਹੀਂ ਦੇਖੋ, ਮੈਂ ਇਸ ਗੱਲ ਨਾਲ ਐਗਰੀ ਨਹੀਂ ਹਾਂ। ਜਿਨ੍ਹਾਂ ਨੇ ਵੀ ਕਿਹਾ ਹੈ ਉਹਨਾਂ ਦੀ ਸਮਝ ਹੈ। ਮੈਂ ਤਾਂ ਇਹ ਗੱਲ ਕਹਿਣਾ ਹੈ ਕਿ ਜ਼ਰੂਰਤ ਗਲੀ ਦੇ ਕੱਖ ਦੀ ਵੀ ਹੁੰਦੀ ਹੈ। ਠੀਕ ਹੈ, ਇਹ ਆਪਾਂ ਕਹੀਏ ਕਿ ਅਸੀਂ ਬੜੇ ਫੰਨੇ ਖਾਂ ਹੋ ਗਏ ਹਾਂ ਜਾਂ ਸਰਕਾਰ ਦੇ ਉੱਤੇ ਸਾਡਾ ਦਬਦਬਾ ਵਾ, ਤੇ ਉਹ ਦਬਦਬਾ ਸਿਰਫ ਆਵਾਮ ਕਰਕੇ ਆ, ਸਾਡੇ ਕਰਕੇ ਨਹੀਂ ਹੈ। ਸਾਡੀ ਸਰਕਾਰ ਨੂੰ ਕੋਈ ਡਰ ਨਹੀਂ ਹੈਗਾ। ਸਾਡਾ ਜੇ ਅਸੀਂ ਕਹੀਏ ਸਾਡਾ ਡਰ ਹੈ, ਸਾਡਾ ਕੋਈ ਡਰ ਨਹੀਂ ਹੈ। ਸਾਡੀ ਨੇਤਾਗਰੀ ਦਾ ਉਹਨਾਂ ਨੂੰ ਕੋਈ ਡਰ ਨਹੀਂ ਹੈ। ਸਾਡੀ ਨੇਤਾਗਰੀ ਉਹਨਾਂ ਸਾਹਮਣੇ ਫੇਲ ਹੈ। ਮੈਂ ਐਕਸਪਲੇਨ ਕਰਦਾ ਇਹ ਗੱਲ। ਜੇ ਕੋਈ ਮੇਰਾ ਨੇਤਾ ਸਾਥੀ ਇਹ ਗੱਲ ਕਹਿੰਦਾ ਹੈ ਤਾਂ ਮੈਂ ਉਹਨੂੰ ਹੱਥ ਜੋੜ ਕੇ ਕਹਿ ਦਿਆਂ ਕਿ ਸਾਡੀ ਆ ਸਰਕਾਰ ਨੂੰ ਕੋਈ ਡਰ ਨਹੀਂ ਹੈ, ਸਾਡੀ ਨੇਤਾਗਰੀ ਉਹਨਾਂ ਦੇ ਅੱਗੇ ਫੇਲ ਹੈ। ਉਹ ਸਾਡੇ ਨੇਤਾਗਰੀ ਨੂੰ ਨੇਤਾਗਰੀ ਨਹੀਂ ਮੰਨਦੇ, ਉਹ ਆਪਣੀ ਨੇਤਾਗਰੀ ਚਮਕਾਉਂਦੇ ਨੇ ਔਰ ਆਪਣੀ ਨੀਤੀ ਨਾਲ ਕੰਮ ਕਰਦੇ ਨੇ। ਉਹਨਾਂ ਨੂੰ ਪਤਾ ਹੈ ਕਿ ਅਸੀਂ ਜੋ ਵਾਰ ਕਰਨਾ ਇਹਨਾਂ ਕੋਲ ਮੁੜ ਕੇ ਝੱਲਿਆ ਨਹੀਂ ਜਾਣਾ। ਠੀਕ ਹੈ, ਇਹਨਾਂ ਨੇ ਪਰੇ ਉਰੇ ਹੋਣਾ, ਕਿਉਂਕਿ ਉਹ ਸਰਕਾਰ ਹੈ, ਪ੍ਰਸ਼ਾਸਨ ਹੈ, ਉਹਨਾਂ ਕੋਲ ਤਾਕਤ ਹੈ। ਠੀਕ ਹੈ, ਸਾਡੇ ਕੋਲ ਤਾਕਤ ਹੈ ਆਵਾਮ ਦੀ, ਲੋਕਾਂ ਦੀ, ਜਿਹਦੇ ਤੋਂ ਸਰਕਾਰ ਨੂੰ ਡਰ ਹੁੰਦਾ, ਕਿਉਂਕਿ ਆਵਾਮ ਸਰਕਾਰ ਨੂੰ ਚੁਣਦਾ ਹੈ, ਇਸ ਕਰਕੇ ਉਹਦਾ ਡਰ ਹੈ। ਔਰ ਅਸੀਂ ਅਗਰ ਕਿਸੇ ਆਵਾਮ ਦਾ ਵਿਰੋਧ ਕਰਦੇ ਹਾਂ, ਕਿਸੇ ਸੰਗਠਨ ਦਾ ਵਿਰੋਧ ਕਰਦੇ ਹਾਂ, ਨੌਜਵਾਨ ਦਾ ਵਿਰੋਧ ਕਰਦੇ ਹਾਂ, ਬਜ਼ੁਰਗ ਦਾ ਵਿਰੋਧ ਕਰਦੇ ਹਾਂ, ਕਿਸੇ ਮਜ਼ਦੂਰ ਦਾ ਵਿਰੋਧ ਕਰਦੇ ਹਾਂ, ਕਿਸੇ ਕਿਸਾਨ ਦਾ ਵਿਰੋਧ ਕਰਦੇ ਹਾਂ, ਵਪਾਰੀ ਦਾ ਵਿਰੋਧ ਕਰਦੇ ਹਾਂ, ਤਾਂ ਉਹ ਸਾਡੀ ਬੇਵਕੂਫੀ ਹੈ। ਉਹ ਸਾਡੀ ਰਾਜਨੀਤੀ ਨਹੀਂ ਹੈ, ਸਾਡੀ ਸਮਝਦਾਰ ਨਹੀਂ ਹੈ, ਸਾਡੀ ਸੂਝਵਾਨਤਾ ਨਹੀਂ ਹੈ। ਉਹ ਮੈਂ ਕਹਾਂਗਾ ਵੀ ਸਾਡੀ ਮੂਰਖਤਾ ਹੈ। ਜੇ ਕੋਈ ਆਉਂਦਾ ਹੈ ਤਾਂ ਉਹਨੂੰ ਗੱਲ ਨਾਲ ਲਾਉਣਾ ਸਾਡਾ ਫਰਜ਼ ਹੈ ਵੀ ਹਾਂ ਅਗਰ ਉਹ ਸਾਫ਼ ਨੀਅਤ ਨਾਲ ਹੈ। ਸਾਨੂੰ ਉਹਦੀ ਮਨਸਾ ਵੇਖਣੀ ਚਾਹੀਦੀ ਹੈ, ਉਹਦੀ ਮਨੋਰਥ ਵੇਖਣਾ ਚਾਹੀਦਾ ਹੈ। ਉਹਦੀ ਮਨਸਾ ਕੀ ਹੈ, ਉਹਦਾ ਮਨੋਰਥ ਕੀ ਹੈ। ਮੈਂ ਤਾਂ ਇਹ ਕਹਿਣਾ ਹੈ ਕਿ ਅਗਰ ਕਿਸੇ ਨੂੰ ਸ਼ੌਂਕ ਹੈ, ਮੈਂ ਆਪਣੇ ਸੰਗਠਨ ਵੱਲੋਂ ਬੋਲਦਾ, ਮੈਂ ਰਾਸ਼ਟਰੀ ਕਿਸਾਨ ਸੰਗਠਨ ਪੰਜਾਬ ਦਾ ਕਨਵੀਨਰ ਹਾਂ, ਮੈਂ ਆਪਣੇ ਸੰਗਠਨ ਵੱਲੋਂ ਬੋਲਦਾ। ਅਗਰ ਕੋਈ ਮੇਰੇ ਤੋਂ ਬਿਹਤਰ ਕੰਮ ਕਰ ਸਕਦਾ ਹੈ ਤਾਂ ਮੈਂ ਆਪਣਾ ਇਹ ਅਹੁਦਾ ਛੱਡਣ ਨੂੰ ਵੀ ਤਿਆਰ ਹਾਂ, ਮੈਨੂੰ ਕੋਈ ਪ੍ਰੋਬਲਮ ਨਹੀਂ। ਇਹ ਬਲੀਦਾਨ ਹੋਣਾ ਚਾਹੀਦਾ ਹੈ। ਜਿਸ ਦਿਨ ਸਾਡੇ ਅੰਦਰ ਇਹ ਭਾਵਨਾ ਪੈਦਾ ਹੋ ਜਾਏਗੀ, ਉਸ ਦਿਨ ਸਾਨੂੰ ਕਿਸੇ ਸੰਗਠਨ ਤੋਂ, ਕਿਸੇ ਵਿਅਕਤੀ ਤੋਂ, ਕਿਸੇ ਤੋਂ ਕੋਈ ਪ੍ਰੋਬਲਮ ਨਹੀਂ ਹੋਏਗੀ। ਸਾਨੂੰ ਪ੍ਰੋਬਲਮ ਪੈ ਚੁੱਕੀ ਆ। ਮੈਂ ਐਕਸਪਲੇਨ ਕਰਦਿਆਂ ਇੱਥੇ ਸਾਰੇ ਨੇਤਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਿਆਂ ਕਿ ਇਹ ਆਰਜੀ ਹੈ। ਪਹਿਲਾਂ ਆਪਣੇ ਦਿਲ ਦਿਮਾਗ 'ਚ ਬਿਠਾ ਲਓ, ਭਾਵੇਂ ਕੋਈ ਸੰਯੁਕਤ ਮੋਰਚੇ ਦਾ ਮੈਂਬਰ ਹੈ, ਭਾਵੇਂ ਕੋਈ ਉਹਦੇ ਵਿੱਚ ਸੰਯੁਕਤ ਮੋਰਚੇ 'ਚ ਬਣੀ ਹੋਈ 7 ਮੈਂਬਰੀ ਕਮੇਟੀ ਦਾ ਮੈਂਬਰ ਹੈ, ਭਾਵੇਂ ਕੋਈ ਸੰਯੁਕਤ ਮੋਰਚੇ ਦਾ ਆਗੂ ਬਣ ਚੁੱਕਿਆ ਹੈ, ਭਾਵੇਂ ਕੋਈ ਲੀਡ ਕਰ ਰਿਹਾ ਹੈ, ਸਮਝ ਰਿਹਾ ਕਿ ਮੈਂ ਲੀਡ ਕਰ ਰਿਹਾ, ਜਦ ਕਿ ਲੀਡ ਤਾਂ ਉਹ ਪਾਤਸ਼ਾਹ ਕਰ ਰਿਹਾ ਹੈ, ਲੀਡ ਕੋਈ ਨਹੀਂ ਕਰ ਰਿਹਾ, ਉਹ ਅੱਲਾ ਰਾਮ ਵਾਹਿਗੁਰੂ ਕਰ ਰਿਹਾ। ਪਰ ਜੇ ਕੋਈ ਇਹ ਸਮਝ ਰਿਹਾ ਤਾਂ ਉਹਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦੇ ਤੁਹਾਡੇ ਚੈਨਲ ਦੇ ਥਰੂ ਕਿ ਇਹ ਆਰਜੀ ਹੈ। ਜਿਸ ਦਿਨ ਇਹ ਕਾਨੂੰਨ ਫੇਲ ਹੋ ਗਏ, ਅਸੀਂ ਚਲੇ ਗਏ, ਕਿਸੇ ਨੇ ਸੰਯੁਕਤ ਮੋਰਚੇ ਦਾ ਹਿੱਸਾ ਨਹੀਂ ਰਹਿਣਾ, ਆਪਣੇ ਆਪਣੇ ਸੰਗਠਨਾਂ 'ਚ ਜਾਣਾ ਹੈ, ਕੋਈ ਸੰਯੁਕਤ ਮੈਂਬਰ ਨਹੀਂ ਰਹਿਣਾ, ਕੋਈ ਸੰਯੁਕਤ ਮੋਰਚੇ ਦਾ ਆਗੂ ਨਹੀਂ ਰਹਿਣਾ, ਕਿਸੇ ਨੇ ਇੱਕ ਦੂਜੇ ਦੀ ਗੱਲ ਨਹੀਂ ਮੰਨਣੀ, ਜੂੰਡਾ ਹੀ ਫੜਨੇ ਆ ਸਾਰਿਆਂ ਨੇ, ਫਿਰ ਇੱਕ ਦੂਜੇ ਦੇ ਸੰਗਠਨ ਨੂੰ ਥੱਲੇ ਸੁੱਟਣ ਦੀ ਕੋਸ਼ਿਸ਼। ਸਰਕਾਰਾਂ ਨੂੰ ਵੀ ਅਸੀਂ ਮੌਕਾ ਦੇ ਰਹੇ ਹੈਗੇ, ਤਾਂ ਹੀ ਤਾਂ ਸਰਕਾਰ ਅੱਜ ਕਹਿ ਰਹੀ ਹੈ ਕਿ ਇਹਨਾਂ ਤੋਂ ਤਾਂ ਆਪਣੇ ਮੁੱਦੇ ਨਹੀਂ ਸਾਂਭੇ ਜਾਂਦੇ, ਤਾਂ ਬੰਗਾਲ 'ਚ ਜਾ ਕੇ ਟੱਕਰਾਂ ਮਾਰਦੇ। ਵੇਖੋ, ਅਸੀਂ ਮੌਕਾ ਦੇ ਰਹੇ ਨਾ ਅਗਲੇ ਨੂੰ ਗੱਲ ਕਰਨ ਦਾ। ਸਿਆਣੇ ਨੇ ਕਿਹਾ ਅਗਲੇ ਨੂੰ ਚੋਰ ਨਾ ਕਹੋ, ਆਪਣਾ ਸਮਾਨ ਸਾਂਭੋ। ਠੀਕ ਹੈ ਜੀ, ਅਸੀਂ ਆਪਣਾ ਆਪ ਸਾਂਭੀਏ, ਸਰਕਾਰ ਕਿੱਦਾਂ ਗੱਲ ਕਰ ਜੇਗੀ। 26 ਜਨਵਰੀ ਤੇ ਉਹੀ ਸਰਕਾਰ ਨੇ ਗੱਲ ਕੀਤੀ, ਉਹੀ ਝੰਡਾ, ਉਹੀ ਤਿਰੰਗਾ, ਉਹੀ ਸਾਰਾ ਕੁਝ ਫੇਲ ਹੋਏ ਨਾ। ਕਿਉਂ ਫੇਲ ਹੋ ਗਏ? ਕਿਉਂਕਿ ਸਾਡੀ ਮਨਸਾ ਨਹੀਂ ਸੀ ਔਰ ਸਾਡਾ ਸਹੀ ਸੀਗਾ ਸਾਰਾ ਕੁਝ, ਅਸੀਂ ਆਪਣੀ ਜਗ੍ਹਾ ਤੇ ਸਹੀ ਖੜੇ ਰਹੇ,
ਫੇਲ ਹੋਈ ਸਰਕਾਰ, ਲੋਕਾਂ ਦੇ ਸਾਹਮਣੇ ਆ। ਅਗਰ ਅਸੀਂ ਆਪਣੇ ਮੁੱਦੇ ਚੁੱਕਾਂਗੇ, ਆਪਣਾ ਐਕਸਪਲੇਨ ਕਰਾਂਗੇ ਸਾਰਾ ਕੁਝ, ਜਿੱਥੇ ਚਾਰ ਭਾਂਡੇ ਨੇ ਉਹ ਆਪੋ 'ਚ ਟੈਕਦੇ ਵੀ ਆ, ਉਹ ਆਵਾਜ਼ ਆਪਣੇ ਭਾਂਡਿਆਂ ਦੀ ਬਾਹਰ ਸੁਣਾਈ ਦੇਵਾਂਗੇ ਤੇ ਦੁਸ਼ਮਣ ਨੂੰ ਡਰ ਨਹੀਂ ਸਾਡਾ ਰਹਿਣਾ। ਉਹਨੇ ਕਹਿਣਾ ਮੈਂ ਤਾਂ ਜਦੋਂ ਮਰਜ਼ੀ ਖਿੰਡਾ ਦਿਆਂਗਾ, ਠੀਕ ਹੈ ਨਾ, ਉਹਨੂੰ ਮੌਕਾ ਮਿਲ ਜਾਏਗਾ। ਅਸੀਂ ਇਹ ਚੀਜ਼ਾਂ ਨਾ ਕਰੀਏ। ਮੈਂ ਤਾਂ ਸਾਰਿਆਂ ਨੂੰ ਕਹਿੰਦਾ ਜੋ ਵੀ ਆਉਂਦਾ ਹੈ ਉਹਨੂੰ ਗੱਲ ਨਾਲ ਲਾਈਏ। ਜੇ ਕਿਸੇ ਨੇ ਜਾਣੇ ਅਣਜਾਣੇ ਗਲਤੀ ਕੀਤੀ ਹੈ ਤਾਂ ਉਹ ਆਪਣੀ ਗਲਤੀ ਸੁਧਾਰ ਰਿਹਾ, ਮਾਫੀ ਮੰਗ ਰਿਹਾ, ਤਾਂ ਉਹਨੂੰ ਵੀ ਮਾਫ ਕਰ ਦਿੱਤਾ ਜਾਏ, ਉਹਦੀ ਗਲਤੀ ਵੀ ਛੱਡਤੀ ਜਾਵੇ, ਉਹਨੂੰ ਵੀ ਗੱਲ ਨਾਲ ਲਾ ਲਿਆ ਜਾਏ ਕਿ ਠੀਕ ਹੈ ਆਪਣਾ ਜੇ ਕਿਸੇ ਕੋਲੋਂ ਜਾਣੇ ਅਣਜਾਣੇ ਹੋ ਗਿਆ ਤੇ ਉਹ ਬੰਦਾ ਸਮਝ ਚੁੱਕਿਆ ਆਪਣੀ ਗੱਲ ਨੂੰ, ਤੇ ਉਹਨੂੰ ਮੇਰੇ ਹਿਸਾਬ ਦੇ ਨਾਲ ਮੌਕਾ ਦੇ ਦੇਣਾ ਚਾਹੀਦਾ। ਮੇਰਾ ਲਾਸਟ ਸਵਾਲ ਹੈ ਉਦੋਂ ਜੀ, ਜਿਸ ਤਰ੍ਹਾਂ ਹੁਣ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਕਿਸਾਨੀ ਮੋਰਚੇ ਜਿਹੜੇ ਪ੍ਰੋਗਰਾਮ ਦਿੱਤੇ ਜਾ ਰਹੇ ਨੇ ਤੇ ਬੜਾ ਤੇਜ਼ੀ ਨਾਲ ਸਾਡਾ ਜਿਹੜਾ ਮੋਰਚਾ ਹੁਣ ਅੱਗੇ ਨੂੰ ਵੱਧ ਰਿਹਾ ਹੈਗਾ, ਕਿਉਂਕਿ ਪ੍ਰੋਗਰਾਮ ਉਲੀਕੇ ਜਾ ਰਹੇ ਨੇ ਤੇ ਨੌਜਵਾਨ ਵੀ ਸਹਿਮਤੀ ਦਿਖਾ ਰਹੇ ਨੇ। ਪਰ ਜਿਹੜਾ ਹੁਣ ਤੁਸੀਂ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ 5 ਰਾਜਾਂ ਦੇ ਵਿੱਚ ਦੌਰਾ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ, ਕਿੰਨੇ ਕੁ ਨੇਪਰੇ ਚੜਿਆ ਹੈਗਾ, ਕਿਸ ਤਰ੍ਹਾਂ ਭਰਵਾਂ ਹੁੰਗਾਰਾ ਮਿਲ ਰਿਹਾ? ਦੇਖੋ ਬੰਗਾਲ ਦੇ ਵਿੱਚ ਅਮਿਤ ਸ਼ਾਹ ਦੀ ਰੈਲੀ ਫੇਲ ਹੋਈ ਹੈ, ਉਹ ਜਿਹੜੀ ਸਾਡੀ ਟੱਕਰ ਮਾਰੀ ਸੀ ਨਾ ਉਹੀ ਹੈ। ਮੈਂ ਤਾਂ ਤੋਮਰ ਜੀ ਨੂੰ ਕਹਾਂਗਾ ਕਿ ਜਦੋਂ ਆਵਾਮ ਮਨ 'ਚ ਠਾਣ ਲੈਣਾ ਕਿ ਮੈਂ ਕੰਮ ਕਰਨਾ ਹੈ, ਇੱਕ ਬਣਦੀ ਤਾਂ ਨਹੀਂ ਪਰ ਮੈਂ ਫਾਰ ਐਗਜ਼ਾਮਪਲ ਦੇਣ ਲੱਗਿਆ, ਬਣਦੀ ਨਹੀਂ ਹੈ ਇੱਥੇ ਪਰ ਸਮਝਾਉਣ ਦੇ ਤੌਰ ਤੇ ਸਿੱਧੀ ਫਰਿਆਦ, ਅਗਰ ਪਹਾੜ ਚੀੜ ਸਕਦਾ ਹੈ ਇੱਕ ਬੰਦਾ ਤਾਂ ਅਸੀਂ ਤਾਂ ਇੰਨੇ ਹਾਂ, ਠੀਕ ਹੈ। ਤੇ ਜੇ ਸਰਕਾਰ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਪਹਾੜ ਸਮਝਦੀ ਹੈ ਜਾਂ ਪੱਥਰ ਸਮਝਦੀ ਹੈ ਤਾਂ ਮੈਂ ਇਹ ਗੱਲ ਕਹਾਂਗਾ ਕਿ ਅਸੀਂ ਉਹ ਲੋਕ ਹਾਂ ਜੋ ਪਿਆਰ ਦੇ ਨਾਲ ਪੱਥਰ ਨੂੰ ਵੀ ਮੋਮ ਬਣਾ ਲੈਂਦੇ ਆ। ਤੇ ਜੇ ਬੰਗਾਲ ਨੂੰ ਇਹਨਾਂ ਨੇ ਪਹਾੜ ਪੱਥਰ ਸਮਝਿਆ ਤੇ ਉਹ ਫਿਰ ਮੋਮ ਬਣੇ ਨੇ, ਤੇ ਉਹ ਮੋਮ ਬਣੇ ਇਹਨਾਂ ਨੇ ਦੇਖ ਵੀ ਲਏ ਨੇ। ਫਿਰ ਉੱਤੇ ਰੈਲੀ ਹੋਈ ਆ, ਥੱਲੇ ਗਰਾਊਂਡ 'ਚ ਨਹੀਂ ਹੋਈ, ਹੈਲੀਕਾਪਟਰ ਉੱਤੇ ਹੀ ਘੁੰਮ ਕੇ ਗਿਆ ਵਾ ਵਾਪਸ। ਅਸੀਂ ਤਾਂ ਨਹੀਂ ਰੋਕਿਆ। ਜੇ ਤਾਂ ਹਰਿਆਣੇ ਦੇ ਮੁੱਖ ਮੰਤਰੀ ਵਾਂਗ ਉੱਥੇ ਅਸੀਂ ਰੋਕਿਆ ਹੈ, ਜਾਂ ਸਾਡਾ ਕੋਈ ਕਿਸਾਨ ਉੱਥੇ ਗਿਆ ਹੈ ਜਾਂ ਮੁਰਦਾਬਾਦ ਕੀਤਾ ਹੈ, ਕਾਲੀ ਝੰਡੀ ਵਿਖਾਈ ਹੈ, ਤਾਂ ਇਹ ਕਹਿਣ ਉਹ ਤਾਂ ਆਵਾਮ ਹੀ ਨਹੀਂ ਆਇਆ। ਆਵਾਮ ਸਮਝ ਚੁੱਕਿਆ ਹੈ। ਵੇਖੋ ਮੈਂ ਬਾਰ-ਬਾਰ ਐਕਸਪਲੇਨ ਕੀਤਾ ਸੀ ਕਿ ਅਸੀਂ ਕਮਲ ਦਾ ਫੁੱਲ ਦੇਖਿਆ, ਪਰ ਕਮਲ ਦਾ ਫੁੱਲ ਤੇ ਬੜਾ ਖੂਬਸੂਰਤ ਸੀ, ਪਰ ਉਹਦੇ ਹੇਠਲੀ ਦਲਦਲ ਜੋ ਬੀਜੇਪੀ ਹੈ ਉਹ ਲੋਕਾਂ ਨੇ ਵੇਖ ਲਈ। ਹੁਣ ਲੋਕ ਸਮਝ ਗਏ ਵੀ ਇਹ ਕਮਲ ਦੇ ਫੁੱਲ ਦੇ ਹੇਠਾਂ ਦਲਦਲ ਹੈ ਤੇ ਦਲਦਲ ਸਾਫ਼ ਕਰਨੀ ਹੈ। ਹੁਣ ਉਹ ਆਵਾਮ ਦਲਦਲ ਨੂੰ ਸਾਫ਼ ਕਰ ਰਿਹਾ, ਸਾਡਾ ਕੀ ਕਸੂਰ ਹੈ? ਠੀਕ ਹੈ ਨਾ, ਇਹਦੇ ਸਾਡਾ ਕੀ ਕਸੂਰ ਹੈ? ਤੇ ਉਹ ਹੁਣ ਤੋਮਰ ਜੀ ਆਪਣੇ ਆਪ ਨੂੰ ਭਾਵੇਂ ਪਹਾੜ ਸਮਝ ਲੈਣ, ਤੇ ਜੇ ਜੋ ਮੈਂ ਬੋਲ ਰਿਹਾ ਵੀ ਇੱਕ ਗੰਦੀ ਦਲਦਲ ਹੈ, ਚਾਹੇ ਇਹ ਸਮਝ ਲੈਣ ਵੀ ਇਹ ਉਸ ਗੰਦੀ ਦਲਦਲ ਦੇ ਵਿੱਚ ਕੋਈ ਕੀਟਾਣੂ ਜੀਵਾਣੂ ਨੇ, ਤੇ ਉਹ ਇਹ ਆਪਣੀ ਸੋਚਣ ਵੀ ਇਹ ਕੀ ਨੇ, ਕਿ ਉਸ ਦਲਦਲ ਦਾ ਕੀੜਾ ਬਣਨਾ ਹੈ ਕਿ ਜਾਂ ਫਿਰ ਉਸ ਦਲਦਲ ਦੇ ਵਿੱਚ ਕਮਲ ਦੇ ਫੁੱਲ ਦੀ ਨਾਲੀ ਬਣਨਾ ਹੈ। ਉਹ ਇਹਨਾਂ ਦੇ ਹੱਥ 'ਚ ਹੈ, ਅਜੇ ਵੀ ਮੌਕਾ ਹੈ। ਤੇ ਜੇ ਦਲਦਲ ਬਣ ਕੇ ਰਹਿਣਾ ਹੈ ਤੇ ਤਾਂ ਵੀ ਇਹਨਾਂ ਦਾ ਹੱਥ 'ਚ ਹੈ, ਜੇ ਕਮਲ ਦੇ ਫੁੱਲ ਦੀਆਂ ਡੰਡੀਆਂ ਬਣਨਾ ਤੇ ਤਾਂ ਵੀ ਇਹਨਾਂ ਦੇ ਹੱਥ 'ਚ ਹੈ। ਮੈਂ ਤਾਂ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਬੀਜੇਪੀ ਦਲਦਲ ਜ਼ਰੂਰ ਹੈ, ਭਾਰਤ ਨੂੰ ਦਲਦਲ ਨਾ ਬਣਾਓ, ਉਹ ਨਹੀਂ ਬਣ ਦਿਆਂਗੇ। ਤੁਸੀਂ ਦਲਦਲ ਹੋ ਤੇ ਰਹੋ, ਪਰ ਜੇ ਭਾਰਤ ਵੰਸ਼ ਨੂੰ ਦਲਦਲ ਦੀ ਗੱਲ ਕਰੋਗੇ ਤੇ ਉਹ ਨਹੀਂ ਬਣ ਦਿਆਂਗੇ। ਫਿਰ ਸਾਨੂੰ ਭਾਵੇਂ ਕਮਲ ਦਾ ਫੁੱਲ ਪੁੱਟਣਾ ਪਵੇ ਤੇ ਭਾਵੇਂ ਜੋ ਮਰਜ਼ੀ ਕਰਨਾ ਪਵੇ, ਉਹ ਅਸੀਂ ਤਿਆਰ ਬੈਠੇ। ਦਰਸ਼ਕੋ, ਤੁਸੀਂ ਦੇਖਿਆ ਕਿ ਅਮਰਜੀਤ ਸਿੰਘ ਉਦੋਵਾਲੀ ਜੀ ਨੇ ਦੱਸਿਆ ਕਿ ਜੋ ਅੱਜ ਵੱਡੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ, ਕਿਤੇ ਨਾ ਕਿਤੇ ਸਰਕਾਰ ਤੱਕ ਉਹ ਆਵਾਜ਼ ਹੈ ਜਿਹੜੀ ਉਹ ਪਹੁੰਚ ਰਹੀ ਹੈ, ਤੇ 5 ਰਾਜਾਂ ਦੇ ਵਿੱਚ ਜਿਹੜਾ ਉਹਨਾਂ ਦਾ ਦੌਰਾ ਸੀ ਉਹ ਵੀ ਕਿਤੇ ਨਾ ਕਿਤੇ ਸਫਲ ਹੁੰਦਾ ਦਿਖ ਰਿਹਾ। ਸੋ ਬਣੇ ਰਹੋ ਪੰਜਾਬ ਨਿਊਜ਼ ਨਾਲ, ਇਸੇ ਤਰ੍ਹਾਂ ਤੁਹਾਨੂੰ ਕਿਸਾਨੀ ਅੰਦੋਲਨ ਦੀ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ। ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।